ਹੈਲੋ एवरीवन, ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਿਸ ਦੇ ਉੱਪਰ। ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਣੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਿਰੰਜਨ ਤਸਨੀਮ। ਨਿਰੰਜਨ ਤਸਨੀਮ ਅਜਿਹੇ ਨਾਵਲਕਾਰ ਹੈ ਜਿਨ੍ਹਾਂ ਨੇ ਨਾਵਲ ਦੇ ਖੇਤਰ ਦੇ ਵਿੱਚ ਮਨੋਵਿਗਿਆਨਿਕ ਜਿਹੜੇ ਪ੍ਰਯੋਗ ਹੈ ਉਹ ਕੀਤੇ ਹੈ। ਨਾਵਲ ਰਚਨਾ ਕਰਨ ਦੇ ਲਈ ਇਹਨਾਂ ਨੇ ਨਵੀਆਂ ਮਨੋਵਿਗਿਆਨਿਕ ਵਿਧੀਆਂ ਉਹਨਾਂ ਨੂੰ ਵਰਤਿਆ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਲੈਕਚਰ ਇਹਨਾਂ ਦੀ ਬੇਸਿਕ ਜਾਣਕਾਰੀ ਬਾਰੇ, ਨਿਰੰਜਨ ਤਸਨੀਮ ਦੇ ਬਾਰੇ। ਤਾਂ ਸਭ ਤੋਂ ਪਹਿਲਾਂ ਦੇਖੋ ਜੀ, ਇਹਨਾਂ ਦਾ ਹੈਗਾ ਜੀਵਨ ਕਾਲ। ਇਹਨਾਂ ਦਾ ਜੀਵਨ ਕਾਲ ਹੈ ਜੀ ਆਪਣੇ ਕੋਲ 1929 ਤੋਂ ਲੈ ਕੇ 2019। ਜਨਮ ਇਹਨਾਂ ਦਾ ਹੁੰਦਾ ਜੀ 1 ਮਈ 1929 ਨੂੰ, ਅਤੇ ਇਹਨਾਂ ਦਾ ਦੇਹਾਂਤ ਹੁੰਦਾ 17 ਅਗਸਤ 2019 ਦੇ ਵਿੱਚ। ਇਹਨਾਂ ਦਾ ਜਨਮ ਸਥਾਨ ਹੈ ਜੀ ਇਹਨਾਂ ਦੇ ਨਾਨਕੇ ਪਿੰਡ ਤਰਨ ਤਾਰਨ। ਇਹਨਾਂ ਦੇ ਪਿਤਾ ਜੀ ਦਾ ਨਾਮ ਕਰਮ ਸਿੰਘ, ਮਾਤਾ ਦਾ ਨਾਮ ਸੀਤਾਵਤੀ। ਇਹ ਸੀਗੀ ਜੀ ਇਹਨਾਂ ਬਾਰੇ ਬੇਸਿਕ ਜਾਣਕਾਰੀ। ਨੈਕਸਟ ਦੇਖੋ ਜੀ, ਕਿਹੜੇ ਦੌਰ ਦੇ ਨਾਵਲਕਾਰ ਨੇ? ਤਾਂ ਇਹ ਹੈਗੇ ਆ ਜੀ ਤੀਸਰੇ ਦੌਰ ਦੇ ਨਾਵਲਕਾਰ। ਇਹਨਾਂ ਦੀ ਪ੍ਰਵਿਰਤੀ ਕਿਵੇਂ ਦੀ ਨਾਵਲ ਰਚਨਾ ਇਹਨਾਂ ਨੇ ਕੀਤੀ ਹੈ? ਇਹਨਾਂ ਦੀ ਪ੍ਰਵਿਰਤੀ ਹੈ ਜੀ ਪ੍ਰਗਤੀਵਾਦੀ, ਯਥਾਰਥਵਾਦੀ। ਪ੍ਰਗਤੀਵਾਦ ਦੀ ਗੱਲ ਕਰਦੇ ਆਪਦੇ ਨਾਵਲਾਂ ਦੇ ਵਿੱਚ ਇਹ ਪ੍ਰਗਤੀ ਵਾਲੀ ਸੋਚ ਹੈ ਜਿਹੜੀ ਉਹ ਰੱਖਦੇ ਹੈ, ਪਲੱਸ ਯਥਾਰਥਵਾਦ ਵਾਲੇ ਨਾਵਲ ਇਹਨਾਂ ਨੇ ਲਿਖੇ ਹੈਗੇ ਹੈ। ਨੈਕਸਟ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਸਟੱਡੀ, ਕਿ ਇਹਨਾਂ ਨੇ ਪੜ੍ਹਾਈ ਕਿੱਥੋਂ ਕੀਤੀ ਹੈ। ਅਤੇ ਇਹਨਾਂ ਦੀ ਪੜ੍ਹਾਈ ਹੈਗੀ ਹੈ ਜੀ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ MA ਅੰਗਰੇਜ਼ੀ ਕੀਤੀ ਹੋਈ ਸੀ। ਕੀਤਾ ਇਹਨਾਂ ਦਾ ਹੈਗਾ ਜੀ ਅਧਿਆਪਨ। ਇਹਨਾਂ ਨੇ ਅਧਿਆਪਕ ਰਹੇ ਆ ਇਹ, ਇਸ ਤੋਂ ਬਾਅਦ ਇਹ ਲੈਕਚਰਰ ਵੀ ਬਣੇ ਆ, ਅਤੇ ਇਹਨਾਂ ਨੇ ਅਧਿਆਪਨ ਦਾ ਜਿਹੜਾ ਕੀਤਾ ਹੈਗਾ ਉਹ ਕੀਤਾ ਹੈ। ਨੈਕਸਟ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਆਪਣੇ ਕੋਲ ਲੇਖਕ ਹੈ ਤਾਂ ਉਹਦੀ ਰਚਨਾ ਕਰਦਾ ਹੈ ਕੋਈ, ਤਾਂ ਉਹਦੇ ਪਿੱਛੇ ਕੋਈ ਮੋਟੀਵੇਸ਼ਨ ਹੁੰਦੀ ਹੈ, ਕਿਸੇ ਵਿਅਕਤੀ ਦਾ ਉਹਨੇ ਪ੍ਰਭਾਵ ਕਬੂਲਿਆ ਹੁੰਦਾ ਜਿਹਦੇ ਅਧੀਨ ਉਹ ਰਚਨਾ ਕਰਦਾ ਹੈ। ਤਾਂ ਆਪਾਂ ਦੇਖਦੇ ਹਾਂ ਜਿਹੜੇ ਨਿਰੰਜਨ ਤਸਨੀਮ ਹੈ ਇਹਨਾਂ ਨੇ ਕਿਹਨਾਂ ਦਾ ਪ੍ਰਭਾਵ ਕਬੂਲਿਆ। ਇਹਨਾਂ ਦੀ ਲਾਈਫ ਦੇ ਵਿੱਚ 3 ਪਰਸਨ ਹੈ ਜਿਨ੍ਹਾਂ ਦਾ ਇਹਨਾਂ ਨੇ ਪ੍ਰਭਾਵ ਕਬੂਲਿਆ ਹੈਗਾ। ਪਹਿਲੇ ਹੈਗੇ ਆ ਪੂਰਨ ਸਿੰਘ ਹੁਨਰ। ਜਿਹੜੇ ਇਹ ਪੂਰਨ ਸਿੰਘ ਹੁਨਰ ਹੈ ਇਹ ਇਹਨਾਂ ਦੇ ਤਾਇਆ ਜੀ ਸੀਗੇ, ਅਤੇ ਇਹ ਉਸ ਸਮੇਂ ਦੇ ਵਿੱਚ ਉਰਦੂ ਮੁਸ਼ਾਇਰਿਆਂ ਦੀ ਜਾਨ ਸਮਝੇ ਜਾਂਦੇ ਸੀਗੇ ਪੂਰਨ ਸਿੰਘ ਹੁਨਰ। ਤਾਂ ਇਹਨਾਂ ਤੋਂ ਇਹਨਾਂ ਨੂੰ ਮੋਟੀਵੇਸ਼ਨ ਮਿਲੀ ਹੈ ਲਿਖਣ ਦੀ। ਨੈਕਸਟ ਹੈ ਜੀ ਸੈਕਿੰਡ ਪਰਸਨ ਜਿਹੜੇ ਹੈਗੇ ਆ ਮਹਿੰਦਰ ਸਿੰਘ ਕੇਸਰ। ਇਹ ਇਹਨਾਂ ਦੇ ਚਾਚਾ ਜੀ ਸੀਗੇ, ਇਹ ਵੀ ਉਰਦੂ ਦੇ ਸ਼ਾਇਰ ਸੀਗੇ। ਕਹਿਣ ਦਾ ਮਤਲਬ ਹੈ ਕਿ ਇਹਨਾਂ ਦੇ ਘਰ ਦਾ ਜਿਹੜਾ ਮਾਹੌਲ ਆ ਉਹ ਸਾਹਿਤਕ ਸੀਗਾ, ਉੱਥੇ ਹੀ ਇਹਨਾਂ ਨੂੰ ਸਾਹਿਤ ਰਚਨ ਦੀ ਪ੍ਰੇਰਨਾ ਜਿਹੜੀ ਹੈ ਉਹ ਮਿਲੀ ਹੈ। ਤਾਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਉਰਦੂ ਰਚਨਾ ਕੀਤੀ ਹੈ, ਪੂਰਨ ਸਿੰਘ ਹੁਨਰ ਤੋਂ ਅਤੇ ਮਹਿੰਦਰ ਸਿੰਘ ਕੇਸਰ ਤੋਂ। ਇਸ ਤੋਂ ਬਾਅਦ ਇਹ ਸ਼ਿਮਲੇ ਨੌਕਰੀ ਕਰਦੇ ਆ, ਤਾਂ ਨੌਕਰੀ ਦੇ ਦੌਰਾਨ ਇਹਨਾਂ ਨੂੰ ਮਿਲਦੇ ਆ ਜੀ ਆਪਣੇ ਪੰਜਾਬੀ ਦੇ ਪ੍ਰਸਿੱਧ ਜਿਹੜੇ ਕਵੀ ਅਤੇ ਚਿੱਤਰਕਾਰ ਹੈ, ਕਵੀ ਈਸ਼ਵਰ ਸਿੰਘ ਚਿੱਤਰਕਾਰ। ਤਾਂ ਉਹਨਾਂ ਦੀ ਪ੍ਰੇਰਨਾ ਸਦਕਾ ਇਹਨਾਂ ਦੀ ਜਿਹੜੀ ਸੋਚ ਆ ਉਹਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ। ਸੋਚ ਦੇ ਵਿੱਚ ਵੱਡਾ ਬਦਲਾਅ ਆਉਣ ਦੇ ਨਾਲ ਇਹਨਾਂ ਨੇ ਕੀ ਕੀਤਾ ਹੈਗਾ, ਸਟਾਰਟਿੰਗ ਇਹਨਾਂ ਨੇ ਉਰਦੂ ਰਚਨਾ ਤੋਂ ਕੀਤੀ ਸੀ, ਪਰ ਇਹਨਾਂ ਤੋਂ ਪ੍ਰਭਾਵਿਤ ਹੋ ਕੇ, ਕਵੀ ਈਸ਼ਵਰ ਚਿੱਤਰਕਾਰ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਉਰਦੂ ਦੇ ਵਿੱਚ ਰਚਨਾ ਸ਼ੁਰੂ ਕੀਤੀ ਹੈ। ਤਾਂ ਪੇਪਰ ਦੇ ਵਿੱਚ ਪ੍ਰਸ਼ਨ ਬਣਦਾ ਹੈ ਕਿ ਕਿਸ ਦੀ ਪ੍ਰੇਰਨਾ ਸਦਕਾ ਨਿਰੰਜਨ ਤਸਨੀਮ ਨੇ ਉਰਦੂ ਤੋਂ ਪੰਜਾਬੀ ਦੇ ਵਿੱਚ ਰਚਨਾ ਕਰਨੀ ਸ਼ੁਰੂ ਕੀਤੀ? ਤਾਂ ਉਹ ਆਪਣੇ ਕੋਲ ਹੈਗੇ ਆ ਜੀ ਕਵੀ ਈਸ਼ਵਰ ਚਿੱਤਰਕਾਰ। ਤਾਂ ਤਿੰਨੋਂ ਪਰਸਨ ਤੁਸੀਂ ਯਾਦ ਰੱਖਣੇ ਆ। ਇਹਨਾਂ ਦਾ ਇਹਨਾਂ ਨੇ ਪ੍ਰਭਾਵ ਕਬੂਲਿਆ, ਇਹਨਾਂ ਦੀ ਪ੍ਰੇਰਨਾ ਸਦਕਾ ਇਹਨਾਂ ਨੇ ਸਾਹਿਤ ਰਚਨਾ ਜਿਹੜੀ ਹੈ ਉਹ ਕੀਤੀ ਹੈ। ਨੈਕਸਟ ਦੇਖਦੇ ਹਾਂ ਜੀ ਆਪਾਂ ਇਹਨਾਂ ਦੀ ਸਾਹਿਤ ਰਚਨਾ ਦੀ ਸ਼ੁਰੂਆਤ, ਕਿ ਇਹਨਾਂ ਨੇ ਆਪਦੀ ਰਚਨਾ ਦੀ ਸ਼ੁਰੂਆਤ ਕਿਸ ਤੋਂ ਕੀਤੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਨਾਂ ਦੇ ਤਾਇਆ ਜੀ ਪੂਰਨ ਸਿੰਘ ਹੁਨਰ ਅਤੇ ਚਾਚਾ ਜੀ ਮਹਿੰਦਰ ਸਿੰਘ ਕੇਸਰ ਇਹ ਉਰਦੂ ਦੀ ਰਚਨਾ ਕਰਦੇ ਸੀਗੇ। ਤਾਂ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੇ ਕਹਾਣੀਆਂ ਅਤੇ ਗਜ਼ਲਾਂ ਲਿਖੀਆਂ ਉਰਦੂ ਦੇ ਵਿੱਚ। ਤਾਂ ਇਹਨਾਂ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਕਹਾਣੀਆਂ ਅਤੇ ਗਜ਼ਲਾਂ ਤੋਂ, ਜਿਹੜੀਆਂ ਕਿ ਇਹਨਾਂ ਨੇ ਉਰਦੂ ਦੇ ਵਿੱਚ ਲਿਖੀਆਂ ਸੀ। ਉਰਦੂ ਤੋਂ ਇਹ ਪੰਜਾਬੀ ਰਚਨਾ ਦੇ ਵਿੱਚ ਕਿਵੇਂ ਆਉਂਦੇ ਆ? ਉਹ ਆਪਣੇ ਕੋਲ ਹੈਗੇ ਆ ਜੀ ਕਵੀ ਈਸ਼ਵਰ ਚਿੱਤਰਕਾਰ। ਇਹਨਾਂ ਦੀ ਪ੍ਰੇਰਨਾ ਸਦਕਾ ਇਹਨਾਂ ਨੇ ਉਰਦੂ ਛੱਡ ਕੇ ਪੰਜਾਬੀ ਦੇ ਵਿੱਚ ਜਿਹੜੀਆਂ ਰਚਨਾਵਾਂ ਉਹ ਕੀਤੀਆਂ ਹੈਗੀਆਂ। ਨੈਕਸਟ ਹੈ ਜੀ ਇਹਨਾਂ ਨੂੰ ਸਤਿਕਾਰ ਵਜੋਂ ਕੀ ਕਿਹਾ ਜਾਂਦਾ ਹੈਗਾ। ਇਹਨਾਂ ਨਾਲ ਰਿਲੇਟਡ ਸਤਿਕਾਰ ਵਜੋਂ 3 ਕੋਟੇਸ਼ਨਸ ਆਪਣੇ ਕੋਲੇ ਮਿਲਦੀਆਂ। ਇੱਕ ਤਾਂ ਇਹਨਾਂ ਨੂੰ ਕਿਹਾ ਜਾਂਦਾ ਜੀ ਉਲਝਣਾ ਸਿਰਜਣ ਵਾਲਾ ਪ੍ਰਯੋਗਵਾਦੀ ਨਾਵਲਕਾਰ। ਇਹਨਾਂ ਦੀ ਤੁਲਨਾ ਕਿ ਕਿਹੜੇ ਆਪਣੇ ਲੇਖਕ ਦੇ ਨਾਲ ਮਿਲਦੇ ਆ, ਅਤੇ ਇਹਨਾਂ ਨੂੰ ਸੇਠੀ ਦੇ ਨਾਲ ਕਿਹਾ ਜਾਂਦਾ ਕਿ ਇਹਨਾਂ ਦਾ ਜਿਹੜਾ ਰਚਨਾ ਦਾ ਜਿਹੜਾ ਸ਼ੈਲੀ ਆ ਉਹ ਸੇਠੀ ਦੇ ਨਾਲ ਮਿਲਦੀ ਹੈ। ਅਤੇ ਇਹਨਾਂ ਨੂੰ ਕਿਹਾ ਜਾਂਦਾ ਜੀ ਉਲਝਣਾ ਸਿਰਜਣ ਵਾਲਾ ਪ੍ਰਯੋਗਵਾਦੀ ਨਾਵਲਕਾਰ। ਦੂਸਰਾ ਇਹਨਾਂ ਨੂੰ ਕਿਹਾ ਜਾਂਦਾ ਜੀ ਮਨੋਵਿਗਿਆਨਿਕ ਪ੍ਰਯੋਗਵਾਦੀ ਨਾਵਲਕਾਰ। ਇਹਨਾਂ ਨੇ ਅੱਗੇ ਜਦੋਂ ਆਪਾਂ ਨਾਵਲ ਕਰਾਂਗੇ ਉਦੋਂ ਮੈਂ ਤੁਹਾਨੂੰ ਕਰਵਾਉਂਗੀ ਕਿ ਇਹਨਾਂ ਨੇ ਨਾਵਲ ਰਚਨਾ ਦੇ ਵਿੱਚ ਨਵੇਂ ਪ੍ਰਯੋਗ, ਨਵੀਆਂ ਵਿਧੀਆਂ ਵਰਤਦੀਆਂ। ਇਸੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਮਨੋਵਿਗਿਆਨਿਕ ਪ੍ਰਯੋਗਵਾਦੀ ਨਾਵਲਕਾਰ। ਨੈਕਸਟ ਹੈ ਜੀ ਕਾਰੀਗਰ ਨਾਵਲਕਾਰ। ਇਹ ਇਹਨਾਂ ਨੂੰ ਸਪੈਸ਼ਲੀ ਸੰਤ ਸਿੰਘ ਸੇਖੋਂ ਨੇ ਕਿਹਾ ਕਿ ਜਿਹੜੇ ਨਿਰੰਜਨ ਤਸਨੀਮ ਹੈ ਉਹ ਕਾਰੀਗਰ ਨਾਵਲਕਾਰ ਹੈ।
पेपर के पॉइंट ऑफ व्यू तो तुसीं तिन्ने कोटेशनस नूं याद रखना है। उलझना सिरजन वाला नावल प्रयोगवादी नावलकार, मनोविग्यानिक प्रयोगवादी नावलकार एंड कारीगर नावलकार। कारीगर नावलकार का तुसीं याद रखना है, किन्ना ने कहा इन्हां नूं कारीगर नावलकार? संत सिंह सेखों ने। नैक्सट है जी, इन्हां ने रचना जिहड़ी कीती है नावल दी, पहले नावलकार है जिन्हां ने 4 भाषावां दे विच रचना कीती है। तो किहड़ी भाषा दे विच इन्हां ने रचना कीती है? पंजाबी दे विच, उर्दू दे विच, हिंदी विच ते अंग्रेजी दे विच। इन्हां चारे रचनावां दे विच इन्हां ने नावल लिखे है। उर्दू दे विच इन्हां दे कहे जांदे आ कि इन्हां ने 2 नावल लिखे है उर्दू दे विच। हिंदी दे विच कहा जांदा कि इन्हां ने 1 नावल लिखे है। अंग्रेजी दे विच कहा जांदा कि इन्हां ने 3 नावल लिखे है। ते जिहड़े पंजाबी है, पंजाबी दे विच इन्हां ने 10 नावल लिखे है। ये सीगी जी इन्हां दी नावल रचना। पहले नावलकार है जिन्हां ने 4 भाषावां दे विच नावल रचना जिहड़ी कीती है। एक होर क्वेश्चन बनदा हुंदा है कि इन्हां ने किस श्रेणी दे नाल संबंधित लोकां नूं लैके नावल नूं लिखिआ है, जां किस श्रेणी दे लोकां दे जीवन नूं चित्रिआ इन्हां ने अपने नावल दे विच। ते इन्हां ने शहरी मੱਧ श्रेणी दे जिहड़े लोक है उन्हां दे जीवन दीआं समस्यावां नूं, उन्हां दीआं आकांक्षावां नूं पेश कीता जी अपने नावल दे विच। ये तुसीं अलग तो नोट कर लिओ कि इन्हां ने शहरी मੱਧ श्रेणी दे नाल संबंधित लोकां दे जीवन समस्यावां नूं पेश कीता अपने नावल दे विच। नैक्सट देखते हैं जी आपां इन्हां दी उर्दू रचना, कि उर्दू दे विच इन्हां ने अपनी रचना करन दी जिहड़ी शुरुआत है उर्दू दे विच कीती सी। उर्दू दे विच इन्हां ने सब तो पहलां कहानियां ते गज़लां लिखियां। इस तो बाद इन्हां ने 2 नावल लिखे है उर्दू दे विच। तां किहड़े नावल है इन्हां दे उर्दू दे विच? एक तां आउंदा जी सोगवार, नैक्सट अपने कोले हैगा जी मोनालीजा। जिहड़ा इन्हां दा सोगवार हैगा नावल, ये अपने कोल 1959 दे विच इन्हां ने लिखिआ ते 1960 दे विच ये अपने कोल संपादित होया हैगा। ये इन्हां दा पहला उर्दू दा नावल है सोगवार। दूसरा इन्हां दा नावल है जी अपने कोल मोनालीजा। जिहड़ा मोनालीजा नावल अपने कोल हैगा गा, ये 1962 दे विच प्रकाशित होया हैगा। ये 2 इन्हां दे उर्दू दे बहुत प्रसिद्ध नावल है ते तुसीं इन्हां नूं दोनां नूं जिहड़ा हैगा वो याद रखना गा। नैक्सट अपने कोल आउंदा है जी इन्हां ने पंजाबी नावल किहड़े रचे हैगे है। तो आपां देखदे हां जी इन्हां दे पंजाबी नावल। तो इन्हां दे पंजाबी नावल दे विच सब तो पहला नावल अपने कोल आउंदा जी परछावें। इन्हां दा फस्ट नावल है पंजाबी दा। उर्दू दा फस्ट नावल इन्हां दा सोगवार है ते पंजाबी दे विच जिहड़ा पहला इन्हां दा नावल है परछावें आउंदा है। परछावें दा तुसीं इन्हां दी संपादन साल याद रखना है। 1966 दे विच जिहड़ा परछावें नावल है इहदा संपादित हुंदा हैगा। ये नावल दे विच इन्हां दा काल्पनिक नावल है ते इस विच विधि किहड़ी वरती है तुसीं याद रखनी है। इहदे विच इन्हां ने फटेंसी विधि दी वरतों कीती है। ठीक है जी, पेपर दे विच क्वेश्चन बन सकता है कि परछावें नावल दे विच इन्हां ने किहड़ी विधि वरती है। तो अपने कोल आएगी जी फटेंसी विधि। फटेंसी विधि की हुंदी है? जागृत अवस्था दे विच आपां सुपने देखने, आपां मतलब फिरदे किते होर हुंदे आ, पर जिहड़ी चीज़ आपां चाहुंदे हुंदे आ ਉਹਦੇ आपां सुपने वेखदे आ ਤਾਂ ਉਸ ਚੀਜ਼ 'ਚ ਆਪਾਂ ਪਹੁੰਚ ਜਾਂਦੇ ਹਾਂ, है ना। ਮੰਨ ਲਓ ਤੁਸੀਂ ਹੁਣ ਮਾਸਟਰ ਕੇਡਰ ਪੰਜਾਬੀ ਦੀ ਤਿਆਰੀ ਕਰ ਰਹੇ ਹੋ, ਤੁਸੀਂ ਚਾਹੁੰਦੇ ਵੀ ਤੁਸੀਂ ਇਹਦੇ ਟੀਚਰ ਬਣੋ, ਤਾਂ ਤੁਸੀਂ ਫੀਲ ਕਰੋਗੇ ਕਿ ਤੁਸੀਂ ਟੀਚਰ ਬਣ ਚੁੱਕੇ ਹੋ। ਇਹ ਜਿਹੜੇ ਤੁਹਾਡੇ ਹੈਗੇ ਹੈ, ਇਹ ਜਾਗਰਤ ਅਵਸਥਾ ਦੇ ਵਿੱਚ ਦੇਖੇ ਹੋਏ ਸੁਪਨੇ ਹੈ, ਇਹ ਫਟੈਂਸੀ ਵਿਧੀ ਹੈ। ਜਦੋਂ ਰੀਅਲ ਦੇ ਵਿੱਚ ਬਣੋਗੇ ਉਹ ਵੱਖਰੀ ਗੱਲ ਹੈ, ਪਰ ਜਿਹੜੀ ਚੀਜ਼ ਦੇ ਆਪਾਂ ਸੁਪਨੇ ਦੇਖਦੇ ਹਾਂ ਜਾਗਰਤ ਅਵਸਥਾ ਦੇ ਵਿੱਚ, ਉਹਨੂੰ ਆਪਾਂ ਫਟੈਂਸੀ ਵਿਧੀ ਕਹਿੰਦੇ ਹਾਂ। ਤੇ ਜਿਹੜਾ ਇਹਦਾ ਨਰਿੰਜਨ ਤਸਨੀਮ ਦਾ ਨਾਵਲ ਹੈ ਪਰਛਾਵੇਂ, ਇਹਦੇ 'ਚ ਇਹਨਾਂ ਨੇ ਫਟੈਂਸੀ ਵਿਧੀ ਦੇ ਵਿੱਚ ਲਿਖਿਆ ਹੋਇਆ ਇਹਦਾ ਨਾਵਲ ਹੈ। ਇਹਦੇ ਵਿੱਚ 2 ਪਾਤਰ ਆਪਣੇ ਕੋਲ ਰਮਿੰਦਰ ਤੇ ਜਸਵੀਰ। ਜਿਹੜੇ ਰਮਿੰਦਰ ਤੇ ਜਸਵੀਰ ਹੈ, ਇਹਨਾਂ ਦੀ ਲਵ ਸਟੋਰੀ ਦੀ ਨੇ ਗੱਲ ਕੀਤੀ ਹੈ। ਜਿਹੜਾ ਰਮਿੰਦਰ ਹੈ ਉਹ ਫਟੈਂਸੀ ਵਿਧੀ ਹੀ ਵਰਤਦਾ ਹੈ, ਸਿਰਫ ਸੁਪਨਿਆਂ 'ਚ ਹੀ ਦੇਖਦਾ ਕਿ ਮੇਰੀ ਮੈਰਿਜ ਹੈ ਜਿਹੜੀ ਉਹ ਜਸਵੀਰ ਨਾਲ ਹੋ ਚੁੱਕੀ ਹੈ, ਪਰ ਐਕਚੁਅਲੀ ਦੇ ਵਿੱਚ ਉਹ ਨਹੀਂ ਹੋਈ ਹੁੰਦੀ। ਇਸ ਤਰ੍ਹਾਂ ਦਾ ਨਾਵਲ ਹੈ ਜੀ ਇਹਨਾਂ ਦਾ ਇਹ परछावें नावल जिहड़ा हैगा गा। पात्र तुसीं याद रखने हैं, इन्हां दे पात्र भी पेपर दे विच पुछे जा सकते हैं। पहली गल, परछावें संपादित कदों हुंदा है? 1966 दे विच। सैकेंड च किहड़ी विधि वरती है? काल्पनिक नावल है, फटेंसी विधि की वरतों की है। तो थर्ड इहदे 2 पात्र ने अपने कोले रमिंदर ते जसवीर। नैक्सट इन्हां दा नावल है जी अपने कोल 1967 दे विच आउंदा हैगा। ये नावल है जी अपने कोल कसक। ਇਹ ਜਿਹੜਾ ਇਹਨਾਂ ਦਾ ਹੈਗਾ ਆਪਣੇ ਕੋਲ ਕਸਕ ਨਾਵਲ, ਇਹ ਜਿਹੜਾ ਇਹਨਾਂ ਦਾ ਉਰਦੂ ਦਾ ਪਹਿਲਾ ਨਾਵਲ ਸੀਗਾ ਸੋਗਵਾਰ, ਉਹਦੇ 'ਤੇ ਆਧਾਰਿਤ ਹੈ। ਅਤੇ ਕਿਹੜੇ ਨਾਵਲ 'ਤੇ ਆਧਾਰਿਤ ਹੈ ਆਪਣੇ ਕੋਲ? ਸੋਗਵਾਰ, ਜਿਹੜਾ ਆਪਾਂ ਉੱਪਰ ਉਰਦੂ ਦਾ ਡਿਸਕਸ ਕੀਤਾ ਹੈਗਾ, ਉਸ ਨਾਵਲ 'ਤੇ ਆਧਾਰਿਤ ਨਾਵਲ ਹੈ ਇਹਨਾਂ ਦਾ ਕਸਕ। ਇਹਦੇ ਵਿੱਚ ਉਹਨਾਂ ਨੇ ਕੀ ਬਿਆਨ ਕੀਤਾ ਹੈ? ਇਸ ਨਾਵਲ ਦੇ ਵਿੱਚ ਪਤੀ ਪਤਨੀ ਰਿਸ਼ਤੇ ਦੇ ਖੋਖਲੇਪਨ ਨੂੰ ਬਿਆਨ ਕੀਤਾ ਗਿਆ ਹੈਗਾ ਕਸਕ ਨਾਵਲ ਦੇ ਵਿੱਚ।
ਤੇ ਇਹਦੇ ਵਿੱਚ ਦੋ ਪਾਤਰ ਨੇ ਆਪਣੇ ਕੋਲੇ, रमा ਤੇ ਰਣਵੀਰ। ਇਹ ਦੋਨੇ ਹਸਬੈਂਡ ਵਾਈਫ ਨੇ ਤੇ ਇਹਨਾਂ ਦੇ ਰਿਸ਼ਤੇ ਦੇ ਖੋਖਲੇਪਨ ਨੂੰ ਪੇਸ਼ ਕੀਤਾ ਹੈ ਕਸਕ ਨਾਵਲ ਦੇ ਵਿੱਚ। 1967 ਦੇ ਵਿੱਚ ਆਉਂਦਾ ਹੈ। ਜਿਹੜਾ ਉਰਦੂ ਦਾ ਨਾਵਲ ਹੈ ਸੋਗਵਾਰ, ਉਹਦੇ 'ਤੇ ਆਧਾਰਿਤ ਹੈ ਕਸਕ ਨਾਵਲ। ਨੈਕਸਟ ਆਪਾਂ ਇਹਨਾਂ ਦਾ ਅਗਲਾ ਨਾਵਲ ਦੇਖਦੇ ਹਾਂ। ਅਗਲਾ ਨਾਵਲ ਆਪਣੇ ਕੋਲ ਹੈਗਾ ਜੀ ਇਹਨਾਂ ਦਾ ਤਰੇੜਾਂ ਤੇ ਰੂਪ। ਇਹ ਆਪਣੇ ਕੋਲ ਆਉਂਦਾ ਹੈਗਾ 1968 ਦੇ ਵਿੱਚ। ਇਹ ਇਹਨਾਂ ਦਾ ਚੇਤਨਾ ਪ੍ਰਵਾਹ ਵਿਧੀ ਦੇ ਵਿੱਚ ਲਿਖਿਆ ਗਿਆ ਨਾਵਲ ਹੈ। ਹੁਣ ਚੇਤਨਾ ਪ੍ਰਵਾਹ ਵਿਧੀ ਕਿਹੜੀ ਹੈ ਕਿ ਆਪਾਂ ਅਤੀਤ ਦੇ ਬੀਤੇ ਹੋਏ ਸਮੇਂ ਦੀਆਂ ਯਾਦਾਂ ਨੂੰ ਸੁਪਨਿਆਂ ਦੇ ਵਿੱਚ ਦੇਖਦੇ ਹਾਂ, ਉਹ ਚੀਜ਼ ਆਪਣੇ ਕੋਲੇ ਚੇਤਨਾ ਪ੍ਰਵਾਹ ਵਿਧੀ ਹੈ। ਬੀਤ ਚੁੱਕੇ ਸਮੇਂ ਦੀਆਂ ਯਾਦਾਂ ਨੂੰ ਆਪਾਂ ਬੈਠ ਕੇ ਸੋਚਦੇ ਹਾਂ, ਉਹ ਚੀਜ਼ ਜਿਹੜੀ ਹੈਗੀ ਆ ਚੇਤਨਾ ਪ੍ਰਵਾਹ ਵਿਧੀ ਹੈ। ਇਸ ਨਾਵਲ ਦੇ ਵਿੱਚ ਉਹਨੇ ਕੀ ਦਿਖਾਇਆ? ਇਸ ਨਾਵਲ ਦੇ ਵਿੱਚ ਉਹਨੇ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਦੇ ਸੁਪਨਿਆਂ ਦਾ ਕਲਾਮਈ ਸੁਮੇਲ ਕਰਕੇ ਜੀਵਨ ਦੇ ਯਥਾਰਥ ਦੇ ਕਠੋਰ ਵਾਤਾਵਰਨ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਹਨੂੰ ਨੋਟ ਕਰ ਲਿਓ ਤੁਸੀਂ। ਇਸ ਨਾਵਲ ਦੇ ਵਿੱਚ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਦੇ ਸੁਪਨਿਆਂ ਦਾ ਕਲਾਮਈ ਸੁਮੇਲ ਕਰਕੇ ਜੀਵਨ ਦੇ ਯਥਾਰਥ ਦੇ ਕਠੋਰ ਵਾਤਾਵਰਨ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਹਦੇ ਵਿੱਚ ਦੋ ਪਾਤਰ ਆਉਂਦੇ ਆਪਣੇ ਕੋਲੇ, ਕਾਂਤਾ ਗਰੋਵਰ ਅਤੇ ਸਿੰਮੀ। ਜਿਹੜੀ ਕਾਂਤਾ ਗਰੋਵਰ ਹੈ ਉਹਦੇ ਤੋਂ ਮਤਲਬ ਆਪਣੇ ਪਤੀ ਤੋਂ ਉਹਦੀ ਜਿਹੜੀ ਆਦਰਸ਼ਿਕ ਪ੍ਰੇਮ ਦੀ ਇੱਛਾ ਹੈ ਉਹ ਅਧੂਰੀ ਰਹਿ ਜਾਂਦੀ ਹੈ, ਤਾਂ ਉਹ ਇਹੀ ਪ੍ਰੇਮ ਆਪਣੀ ਬੇਟੀ ਹੈ ਜਿਹੜੀ ਸਿੰਮੀ ਉਹਦੇ 'ਚੋਂ ਦੇਖਦੀ ਹੈ। ਇਵੇਂ ਦੀ ਸਟੋਰੀ ਹੈ ਇਹਦੀ ਤਰੇੜਾਂ ਤੇ ਰੂਪ ਨਾਵਲ ਦੀ। ਇਹ ਚੇਤਨਾ ਪ੍ਰਵਾਹ ਵਿਧੀ ਦੇ ਵਿੱਚ ਲਿਖਿਆ ਗਿਆ, ਤੁਸੀਂ ਯਾਦ ਰੱਖਣਾ ਸਾਰਾ। ਜਿਹੜਾ ਫਸਟ ਆਪਣੇ ਕੋਲੇ ਪਰਛਾਵੇਂ ਨਾਵਲ ਸੀਗਾ ਉਹ ਫਟੈਂਸੀ ਵਿਧੀ ਦੇ ਵਿੱਚ ਲਿਖਿਆ ਹੋਇਆ ਸੀ। ਜਿਹੜਾ ਆਪਾਂ ਇਹਨਾਂ ਦਾ ਕਸਕ ਨਾਵਲ ਦੇਖਿਆ ਹੈਗਾ ਉਹ ਸੋਗਵਾਰ ਨਾਵਲ 'ਤੇ ਆਧਾਰਿਤ ਹੈਗਾ। ਅਤੇ ਜਿਹੜਾ ਤਰੇੜਾਂ ਤੇ ਰੂਪ ਆਪਾਂ ਤੀਜਾ ਇਹਨਾਂ ਦਾ ਨਾਵਲ ਕਰ ਰਿਹਾ 1968 ਦੇ ਵਿੱਚ ਪ੍ਰਕਾਸ਼ਿਤ ਹੁੰਦਾ। ਇਹ ਚੇਤਨਾ ਪ੍ਰਵਾਹ ਵਿਧੀ ਦੇ ਵਿੱਚ ਲਿਖਿਆ ਹੋਇਆ ਇਹਨਾਂ ਦਾ ਨਾਵਲ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਇਹ ਆਪਣੇ ਕੋਲ ਨਰਿੰਜਨ ਤਸਨੀਮ ਹੈ, ਇਹਨਾਂ ਨੇ ਨਾਵਲ ਰਚਨਾ ਦੇ ਵਿੱਚ ਨਵੇਂ ਪ੍ਰਯੋਗ, ਨਵੀਆਂ ਵਿਧੀਆਂ ਵਰਤੀਆਂ ਅਤੇ ਇਹਨਾਂ ਦੀਆਂ ਵਿਧੀਆਂ 'ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੀ ਵਿਧੀ ਦੇ ਵਿੱਚ ਲਿਖਿਆ ਗਿਆ ਨਾਵਲ ਹੈ ਇਹਨਾਂ ਦਾ। ਇਹਨੂੰ ਤੁਸੀਂ ਖਾਸ ਧਿਆਨ ਦੇ ਨਾਲ ਕਰ ਲੈਣਾ। ਨੈਕਸਟ ਆਪਣੇ ਕੋਲ ਇਹਨਾਂ ਦਾ ਨਾਵਲ ਆਉਂਦਾ ਜੀ ਰੇਤਸ਼ਲ। ਜਿਹੜਾ ਇਹਨਾਂ ਦਾ ਰੇਤਸ਼ਲ ਨਾਵਲ ਹੈ ਇਹ 1969 ਦੇ ਵਿੱਚ ਆਉਂਦਾ ਹੈਗਾ। ਇਸ ਨਾਵਲ ਦੇ ਵਿੱਚ ਇਹਨਾਂ ਨੇ ਕਿਹੜੀ ਤਕਨੀਕ ਵਰਤੀ ਹੈ? ਇਹ ਇਹਨਾਂ ਦਾ ਟਾਈਮ ਮੋਨੋਤਾਜ ਅਤੇ ਸਪੇਸ ਮੋਨੋਤਾਜ ਵਿਧੀ ਦੇ ਵਿੱਚ ਲਿਖਿਆ ਹੋਇਆ ਨਾਵਲ ਹੈ। ਟਾਈਮ ਮੋਨੋਤਾਜ ਵਿਧੀ ਹੈ ਅਤੇ ਸਪੇਸ ਮੋਨੋਤਾਜ ਵਿਧੀ ਇਹਦੇ ਵਿੱਚ ਇਹਨਾਂ ਨੇ ਵਰਤੀ ਹੈ। ਜਿਹੜੀ ਇਹ ਟਾਈਮ ਮੋਨੋਤਾਜ ਅਤੇ ਸਪੇਸ ਮੋਨੋਤਾਜ ਵਿਧੀ ਹੈ, ਇਹਦਾ ਕੀ ਮਤਲਬ ਹੁੰਦਾ ਹੈ? ਜਿਵੇਂ ਬਚਪਨ ਨੂੰ ਦਿਖਾ ਦੇਣਾ, ਛੋਟਾ ਬੱਚਾ ਦਿਖਾ ਕੇ ਫਿਰ ਇੱਕਦਮ ਉਹਨੂੰ ਵੱਡਾ ਕਰਕੇ ਦਿਖਾਉਣਾ, ਇਹ ਚੀਜ਼ ਆਪਣੇ ਕੋਲ ਟਾਈਮ ਮੋਨੋਤਾਜ ਅਤੇ ਸਪੇਸ ਮੋਨੋਤਾਜ ਵਿਧੀ ਹੈ। ਇੱਕਦਮ ਚੇਂਜ ਦਿਖਾਉਣਾ ਹੈ ਨਾ, ਉਹ ਵਿਧੀ ਇਹਨੇ ਰੇਤਸ਼ਲ ਨਾਵਲ ਦੇ ਵਿੱਚ ਵਰਤੀ ਹੈ। ਇਹਦੇ ਵਿੱਚ ਆਪਣੇ ਕੋਲ ਪਾਤਰ ਹੈਗੇ ਆ ਜੀ ਦਲਜੀਤ, ਰੋਸ਼ੀ ਅਤੇ ਅਮਰਤਾ। ਇਹਦੇ ਵਿੱਚ ਜਿਹੜਾ ਦਲਜੀਤ ਹੈ ਉਹ ਮੱਧ ਸ਼੍ਰੇਣੀ ਤੋਂ ਉੱਚ ਸ਼੍ਰੇਣੀ ਦੇ ਵਿੱਚ ਜਾਣਾ ਚਾਹੁੰਦਾ ਹੈ, ਤਾਂ ਉਹ ਜਿਹੜੀਆਂ ਦੋ ਆਪਣੇ ਕੋਲ ਰੋਸ਼ੀ ਅਤੇ ਅਮਰਤਾ ਦੋ ਲੜਕੀਆਂ ਉਹਨਾਂ ਦੇ ਵੱਲ ਖਿੱਚਿਆ ਜਾਂਦਾ ਹੈ ਅਤੇ ਫਿਰ ਐਂਡ ਦੇ ਉੱਪਰ ਉਹਦੀ ਮਾਨਸਿਕ ਪਰੇਸ਼ਾਨੀ ਦਿਖਾਈ ਗਈ ਹੈ ਇਸ ਨਾਵਲ ਦੇ ਵਿੱਚ, ਰੇਤਸ਼ਲ ਦੇ ਵਿੱਚ। 1969 ਦੇ ਵਿੱਚ ਆਉਂਦਾ। ਇਹਦੇ ਵਿੱਚ ਟਾਈਮ ਮੋਨਤਾਜ ਅਤੇ ਸਪੇਸ ਮੋਨਤਾਜ ਵਿਧੀ ਦੀ ਵਰਤੋਂ ਕੀਤੀ ਇਹਨਾਂ ਨੇ ਰੇਤਸ਼ਲ ਨਾਵਲ ਦੇ ਵਿੱਚ। ਨੈਕਸਟ ਹੈ ਜੀ ਅੱਗੇ ਆਪਣੇ ਕੋਲ ਇਹਨਾਂ ਦਾ ਨਾਵਲ ਆਉਂਦਾ ਹੈ ਹਨੇਰਾ ਹੋਣ ਤੱਕ। 1971 ਦੇ ਵਿੱਚ ਆਇਆ ਇਹਨਾਂ ਦਾ ਇਹ ਨਾਵਲ ਹਨੇਰਾ ਹੋਣ ਤੱਕ। ਇਹਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਕੋਲ ਫਰਾਇਡ ਦੇ ਮਨੋਵਿਗਿਆਨਿਕ ਦੇ ਦੋ ਕੇਂਦਰੀ ਸੰਕਲਪ ਹੈ, ਫਰਾਇਡ ਦੇ ਸਿਧਾਂਤ 'ਤੇ ਆਧਾਰਿਤ ਇੰਡੀਪਸ ਕੰਪਲੈਕਸ ਅਤੇ ਇਲੈਕਟਰਾ ਕੰਪਲੈਕਸ, ਇਸ ਵਿਧੀ ਦੀ ਇਹਦੇ ਵਿੱਚ ਵਰਤੋਂ ਕੀਤੀ ਹੈਗੀ ਹੈ। ਜਿਵੇਂ ਮਾਂ ਅਤੇ ਆਪਣੇ ਕੋਲ ਜਿਹੜਾ ਹੈਗਾ ਪੁੱਤ ਦਾ ਪਿਆਰ ਅਤੇ ਧੀ ਅਤੇ ਜਿਹੜਾ ਹੈਗਾ ਗਾ ਪਿਤਾ ਦਾ ਪ੍ਰੇਮ, ਉਸ ਚੀਜ਼ ਨੂੰ ਆਪਾਂ ਇੰਡੀਪਸ ਇਲੈਕਟਰਾ ਕੰਪਲੈਕਸ ਬੋਲਦੇ ਹੈਗੇ ਹਾਂ। ਉਹਦੀ ਹੀ ਪੇਸ਼ਕਾਰੀ ਕੀਤੀ ਹੈ ਇਹਨਾਂ ਨੇ ਹਨੇਰਾ ਹੋਣ ਤੱਕ ਨਾਵਲ ਦੇ ਵਿੱਚ। ਅਤੇ ਇਹਦੇ ਵਿੱਚ ਪਾਤਰ ਹੈ ਜੀ ਆਪਣੇ ਕੋਲ ਨਰਿੰਦਰ, ਨਰਲੇਪ, ਮਿਸਿਜ਼ ਕੈਂਥ ਅਤੇ ਡੋਲੀ, ਇਹਦੇ ਪਾਤਰ ਹੈਗੇ ਆਪਣੇ ਕੋਲ ਹਨੇਰਾ ਹੋਣ ਤੱਕ ਨਾਵਲ ਦੇ। 1971 ਦੇ ਵਿੱਚ ਆਉਂਦਾ ਇਹਨਾਂ ਦਾ ਇਹ ਨਾਵਲ। ਨੈਕਸਟ ਹੈ ਜੀ ਆਪਣੇ ਕੋਲ ਇਹਨਾਂ ਦਾ ਅਗਲਾ ਨਾਵਲ ਜਿਹੜਾ ਹੈਗਾ ਇੱਕ ਹੋਰ ਨਵਾਂ ਸਾਲ। ਇਹ 1974 ਦੇ ਵਿੱਚ ਆਉਂਦਾ ਇਹਨਾਂ ਦਾ ਨਾਵਲ ਇੱਕ ਹੋਰ ਨਵਾਂ ਸਾਲ। ਇਹ ਇਹਨਾਂ ਦਾ ਸਮਾਜਿਕ ਨਾਵਲ ਹੈ, ਇੱਕ ਤਰ੍ਹਾਂ ਦਾ ਸਮਾਜਿਕ ਸਮੱਸਿਆ ਨੂੰ ਇਹਦੇ ਵਿੱਚ ਲਿਆ ਇਹਨਾਂ ਨੇ ਇੱਕ ਹੋਰ ਨਵਾਂ ਸਾਲ ਦੇ ਵਿੱਚ। ਤਾਂ ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਇੱਕ ਰਿਕਸ਼ਾ ਚਾਲਕ ਦੇ ਕਠੋਰ ਜੀਵਨ ਪ੍ਰਤੀ ਹਮਦਰਦੀ ਭਰੇ ਰਵੱਈਏ ਦੀ ਪੇਸ਼ਕਾਰੀ ਹੋਈ ਹੈ। ਇਹਦੇ ਵਿੱਚ ਜਿਹੜਾ ਬੰਤਾ ਸਿੰਘ ਹੈ ਪਾਤਰ ਇਹਦਾ, ਉਹ ਰਿਕਸ਼ਾ ਚਾਲਕ ਹੈ, ਉਹਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈਗਾ ਇਸ ਨਾਵਲ ਦੇ ਵਿੱਚ। ਅਤੇ ਇਹ ਵੀ ਇਹਦਾ ਕਨਸੈਪਟ ਜਿਹੜਾ ਹੈਗਾ ਮਿਹਨਤ ਹੀ ਪੂਜਾ ਹੈ। ਇਹ ਸਿੱਖਿਆ 'ਤੇ ਆਧਾਰਿਤ ਇਹ ਨਾਵਲ ਹੈ ਆਪਣੇ ਕੋਲ ਇੱਕ ਹੋਰ ਨਵਾਂ ਸਾਲ 1974 ਦੇ ਵਿੱਚ ਆਉਂਦਾ ਹੈਗਾ। ਨੈਕਸਟ ਹੈ ਜੀ ਇਹਨਾਂ ਦਾ ਜਦੋਂ ਸਵੇਰ ਹੋਈ। ਇਹ ਵੀ ਇਹਨਾਂ ਦਾ ਬਹੁਤ ਪ੍ਰਸਿੱਧ ਨਾਵਲ ਹੈ ਜਦੋਂ ਸਵੇਰ ਹੋਈ। 1974 ਦੇ ਵਿੱਚ ਆਉਂਦਾ ਇਹਨਾਂ ਦਾ ਨਾਵਲ।
ਇਸ ਨਾਵਲ ਦੇ ਵਿੱਚ ਇਹਨਾਂ ਨੇ ਕੀ ਪੇਸ਼ ਕੀਤਾ ਹੈਗਾ, ਹਿੰਦੁਸਤਾਨ ਪਾਕਿਸਤਾਨ ਵਿਭਾਜਨ ਤੋਂ ਪਹਿਲਾਂ ਦੀਆਂ ਸਮਾਜਿਕ ਸੱਭਿਆਚਾਰਕ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈਗਾ ਜਦੋਂ ਸਵੇਰ ਹੋਈ ਨਾਵਲ ਦੇ ਵਿੱਚ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਵੰਡ ਦਾ ਜਿਹੜਾ ਕਰੋਨਾਮਈ ਦ੍ਰਿਸ਼ ਆ ਉਹ ਕਿਵੇਂ ਦਾ ਸੀਗਾ, ਕਿਵੇਂ ਸਾਰੇ ਲੋਕਾਂ ਨੂੰ ਝੰਜੋਲ ਕੇ ਰੱਖ ਦਿੰਦਾ ਹੈਗਾ ਇਹਦਾ ਜਿਹੜਾ ਜਦੋਂ ਸਵੇਰ ਹੋਈ ਨਾਵਲ ਹੈ। ਅਤੇ ਇਹਦੇ ਵਿੱਚ ਦੋ ਪਾਤਰ ਆਪਣੇ ਕੋਲ, ਲੜਕੀ ਹੈਗੀ ਹੈ ਸਲਮਾ ਅਤੇ ਮੁੰਡਾ ਹੈਗਾ ਜਿਹਦਾ ਨਾਮ ਹੈਗਾ ਬੀਰੀ। ਜਿਵੇਂ ਆਪਣੇ ਕੋਲ ਗਦਰ ਫਿਲਮ ਦੀ ਸਟੋਰੀ ਹੈ ਉਵੇਂ ਦਾ ਨਾਵਲ ਹੈ ਇਹਨਾਂ ਦਾ ਇਹ ਜਦੋਂ ਸਵੇਰ ਹੋਈ 1977 ਦੇ ਵਿੱਚ ਆਉਂਦਾ। ਹਿੰਦ ਪਾਕਿਸਤਾਨ ਵਿਭਾਜਨ 'ਤੇ ਆਧਾਰਿਤ ਹੈਗਾ, ਉਹਦੇ ਨਾਲ ਜਿਹੜੀਆਂ ਮਤਲਬ ਸਮਾਜਿਕ ਅਤੇ ਸੱਭਿਆਚਾਰਕ ਪਰਿਸਥਿਤੀਆਂ ਦੇ ਵਿੱਚ ਜਿਹੜਾ ਚੇਂਜ ਆਇਆ ਉਹਨੂੰ ਪੇਸ਼ ਕੀਤਾ ਇਸ ਨਾਵਲ ਦੇ ਵਿੱਚ ਜਦੋਂ ਸਵੇਰ ਹੋਈ। ਪਾਤਰ ਇਹਦੇ ਯਾਦ ਰੱਖ ਲਿਓ, ਸਲਮਾ ਅਤੇ ਬੀਰੀ ਦੋ ਇਹਦੇ ਪਾਤਰ ਹੈ ਜਦੋਂ ਸਵੇਰ ਹੋਈ ਨਾਵਲ ਦੇ। ਨੈਕਸਟ ਹੈ ਜੀ ਆਪਣੇ ਕੋਲ ਇਹਨਾਂ ਦਾ ਨਾਵਲ ਆਉਂਦਾ ਹੈ ਜੁੱਗਾਂ ਤੋਂ ਪਾਰ। ਜਿਹੜਾ ਜੁੱਗਾਂ ਤੋਂ ਪਾਰ ਨਾਵਲ ਹੈ ਇਹਨਾਂ ਦਾ ਇਹ 1981 ਦੇ ਵਿੱਚ ਆਉਂਦਾ ਹੈਗਾ। ਇਹ ਨਾਵਲ ਇਹਨਾਂ ਦਾ ਈਸ਼ਵਰ ਚਿੱਤਰਕਾਰ ਦੇ ਨਾਲ ਸੰਬੰਧਿਤ ਨਾਵਲ ਹੈ। ਇਸ ਨਾਵਲ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਈਸ਼ਵਰ ਚਿੱਤਰਕਾਰ ਦੇ ਜੀਵਨ ਦਾ ਗਲਪੀਕਰਨ ਕੀਤਾ ਗਿਆ ਹੈ। ਜੁੱਗਾਂ ਤੋਂ ਪਾਰ ਨਾਵਲ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਕਿ ਇਹਦੇ ਵਿੱਚ ਕੀ ਪੇਸ਼ ਕੀਤਾ ਗਿਆ, ਤਾਂ ਇਸ ਨਾਵਲ ਦੇ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਜਿਹੜਾ ਚਿੱਤਰਕਾਰ ਆਪਣੇ ਕੋਲ ਈਸ਼ਵਰ ਚਿੱਤਰਕਾਰ ਉਹਦੇ ਜੀਵਨ ਦਾ ਗਲਪੀਕਰਨ ਕੀਤਾ ਗਿਆ ਹੈਗਾ, ਉਹਦੇ ਜੀਵਨ ਬਾਰੇ ਇਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇੱਕ ਇਹਦੇ ਨਾਲ ਰਿਲੇਟਡ ਹੀ ਇੱਕ ਚੀਜ਼ ਹੋਰ ਤੁਸੀਂ ਇੱਥੇ ਇਹਦੀ ਯਾਦ ਰੱਖ ਲਿਓ, ਜਿਹੜੇ ਨਿਰੰਜਨ ਤਸਨੀਮ ਹੈ ਇਹਨਾਂ ਨੇ ਪੁਰਦਮਨ ਸਿੰਘ ਬੇਦੀ ਦੇ ਨਾਲ ਮਿਲ ਕੇ ਈਸ਼ਵਰ ਚਿੱਤਰਕਾਰ ਸਮ੍ਰਿਤੀ ਗ੍ਰੰਥ ਦੀ ਵੀ ਸੰਪਾਦਨ ਕੀਤਾ ਹੈਗਾ। ਨਿਰੰਜਨ ਤਸਨੀਮ ਨੇ ਪੁਰਦਮਨ ਸਿੰਘ ਬੇਦੀ, ਨਾਮ ਯਾਦ ਰੱਖਿਓ, ਕਿਹਨਾਂ ਨਾਲ ਮਿਲ ਕੇ, ਪੁਰਦਮਨ ਸਿੰਘ ਬੇਦੀ ਦੇ ਨਾਲ ਮਿਲ ਕੇ ਈਸ਼ਵਰ ਚਿੱਤਰਕਾਰ ਸਮ੍ਰਿਤੀ ਗ੍ਰੰਥ ਸੰਪਾਦਿਤ ਕੀਤਾ ਹੈ। ਕਿਹੜਾ ਗ੍ਰੰਥ ਸੰਪਾਦਿਤ ਕੀਤਾ ਹੈ? ਈਸ਼ਵਰ ਚਿੱਤਰਕਾਰ ਸਮ੍ਰਿਤੀ ਗ੍ਰੰਥ। ਠੀਕ ਹੈ, ਇਹਨੂੰ ਯਾਦ ਰੱਖਣਾ ਹੈਗਾ। ਪੁਰਦਮਨ ਸਿੰਘ ਬੇਦੀ ਦੇ ਨਾਲ ਮਿਲ ਕੇ ਇਹਨਾਂ ਨੇ ਇਹਦਾ ਸੰਪਾਦਨ ਕੀਤਾ ਇਸ ਗ੍ਰੰਥ ਦਾ। ਨੈਕਸਟ ਹੈ ਜੀ ਇਹਨਾਂ ਦਾ ਬਹੁਤ ਹੀ ਪ੍ਰਸਿੱਧ ਨਾਵਲ, ਉਹ ਨਾਵਲ ਜਿਹਦੇ ਕਰਕੇ ਇਹਨਾਂ ਨੂੰ ਪ੍ਰਸਿੱਧੀ ਮਿਲੀ ਹੈ ਉਹ ਆਪਣੇ ਕੋਲ ਹੈਗਾ ਜੀ ਗਵਾਚੇ ਅਰਥ। ਗਵਾਚੇ ਅਰਥ ਇਹਨਾਂ ਦਾ 1993 ਦੇ ਵਿੱਚ ਆਉਂਦਾ ਹੈਗਾ ਨਾਵਲ। ਇਸ ਨਾਵਲ ਦੇ ਵਿੱਚ ਕੀ ਪੇਸ਼ ਕੀਤਾ ਹੈ, ਜਿਹੜੇ ਪੰਜਾਬ ਦੇ ਹਾਲਾਤ ਬਣੇ ਨੇ 1984 ਦੇ ਵੇਲੇ ਉਹਨਾਂ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ ਇਸ ਨਾਵਲ ਦੇ ਵਿੱਚ। ਇਸ ਨਾਵਲ ਦੇ ਵਿੱਚ ਆਪਣੇ ਕੋਲ ਪਾਤਰ ਹੈ ਇੱਕ ਬਲਵੀਰ ਸਿੰਘ। ਜਿਹੜਾ ਬਲਵੀਰ ਸਿੰਘ ਪਾਤਰ ਆ ਉਹ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਕੇ ਰਹਿਣਾ ਸ਼ੁਰੂ ਕਰਦਾ ਹੈ ਅਤੇ ਉੱਥੇ ਚੋਪੜਾ ਨਾਂ ਦਾ ਕੋਈ ਬੰਦਾ ਹੈ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਤਾਂ ਉਹਦੇ ਨਾਲ ਦੰਗੇ ਅਤੇ ਫਸਾਦ ਹੁੰਦੇ ਹੈ। ਅਤੇ ਜਿਹੜਾ ਇਹਦਾ ਪਾਤਰ ਹੈ ਉਹ 5 ਦਿਨ ਕਿਵੇਂ ਆਪਦੇ ਬਿਤਾਉਂਦਾ ਹੈ ਇਸ ਚੀਜ਼ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਹੈ। ਇਹਦਾ ਜਿਹੜਾ ਪ੍ਰੋਫੈਸਰ ਹੁੰਦਾ ਬਲਵੀਰ ਸਿੰਘ ਅਤੇ ਉਹ ਕਿਵੇਂ ਆਪਣੇ 5 ਦਿਨ ਉਹਦੇ ਲੰਘਦੇ ਹੈ ਅਤੇ ਕਿਵੇਂ ਉਹਨਾਂ 5 ਦਿਨਾਂ ਦਾ ਜਿਹੜਾ ਦੁਖਾਂਤ ਆ ਉਹ ਵਰਣਨ ਕੀਤਾ ਗਿਆ। ਉਹਨਾਂ 5 ਦਿਨਾਂ ਤੋਂ ਹੀ ਆਪਾਂ ਨੂੰ ਪਤਾ ਚੱਲ ਜਾਂਦਾ ਕਿ 1984 ਦੇ ਸਮੇਂ ਦੇ ਕੀ ਹਾਲਾਤ ਸੀਗੇ। ਉਹਦੇ ਨਾਲ ਰਿਲੇਟਡ ਨਾਵਲ ਹੈ ਇਹਨਾਂ ਦਾ ਗਵਾਚੇ ਅਰਥ। ਜਿਹੜਾ ਇਹਨਾਂ ਦਾ ਗਵਾਚੇ ਅਰਥ ਨਾਵਲ ਹੈ ਇੰਨਾ ਕੁ ਪ੍ਰਸਿੱਧ ਨਾਵਲ ਹੋਇਆ ਹੈ, ਇਹਦੇ ਉੱਪਰ ਇਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਜੀ 1999 ਦੇ ਵਿੱਚ। ਤੁਸੀਂ ਯਾਦ ਕਰਨਾ 1993 ਦੇ ਵਿੱਚ ਇਹ ਨਾਵਲ ਆਪਣੇ ਕੋਲ ਪੇਸ਼ ਹੁੰਦਾ। 1984 ਦੇ ਦੁੱਖਾਂ ਦੇ ਨਾਲ ਸੰਬੰਧਿਤ ਹੈ। ਪਾਤਰ ਇਹਦਾ ਹੈਗਾ ਆਪਣੇ ਕੋਲ ਬਲਵੀਰ ਸਿੰਘ ਅਤੇ 1999 ਦੇ ਵਿੱਚ ਇਸ ਨਾਵਲ ਨੂੰ ਸਾਹਿਤ ਅਕੈਡਮੀ ਪੁਰਸਕਾਰ ਜਿਹੜਾ ਹੈਗਾ ਉਹ ਮਿਲਦਾ ਗਾ। ਨੈਕਸਟ ਅਗਲਾ ਆਪਣੇ ਕੋਲ ਇਹਦਾ ਨਾਵਲ ਹੈ, ਇਹ ਇਹਨਾਂ ਦਾ ਸਭ ਤੋਂ ਪ੍ਰਸਿੱਧ ਨਾਵਲ ਹੈ ਜਿਹੜਾ ਗਵਾਚੇ ਅਰਥ ਹੈ। ਨੈਕਸਟ ਆਪਣੇ ਕੋਲ ਨਾਵਲ ਹੈ ਜੀ ਇਹਨਾਂ ਦਾ ਤਲਾਸ਼ ਕੋਈ ਸਦੀਵੀ 2000 ਦੇ ਵਿੱਚ ਆਉਂਦਾ ਹੈ। ਜਿਹੜਾ ਤਲਾਸ਼ ਕੋਈ ਸਦੀਵੀ ਹੈਗਾ ਇਹ ਕਹਿੰਦੇ ਮੈਟਾ ਨਾਵਲ ਹੈ ਇਹਨਾਂ ਦਾ। ਇਹਦੇ ਵਿੱਚ ਇਹਨਾਂ ਨੇ ਆਪਦੇ ਨਾਵਲ ਸਿਰਜਣ ਬਾਰੇ ਦੱਸਿਆ ਗਿਆ ਹੈਗਾ। ਅਤੇ ਇਹਦੇ ਵਿੱਚ ਕੀ ਹੈਗਾ, ਇਸ ਦੇ ਵਿੱਚ ਪਾਤਰ ਹੈ ਇੱਕ ਰਵਿੰਦਰ ਸਿੰਘ। ਇਹਦੇ ਵਿੱਚ ਪੇਸ਼ ਕੀ ਕੀਤਾ ਗਿਆ ਹੈ ਪ੍ਰੋਫੈਸਰ ਰਵਿੰਦਰ ਸਿੰਘ ਦੇ ਥਰੂ। ਕਹਿੰਦੇ ਪਿਛਲੀ ਅੱਧ ਸਦੀ ਦੇ ਵਿੱਚ ਮਨੁੱਖ ਦੀ ਸੋਚ ਦੇ ਵਿੱਚ ਆਏ ਬਦਲਾਵ ਦਾ ਜ਼ਿਕਰ ਕੀਤਾ ਗਿਆ ਹੈ। ਰਿਸ਼ਤਿਆਂ ਦਾ ਕਿਵੇਂ ਘਾਣ ਹੋ ਰਿਹਾ ਹੈ, ਕਿਵੇਂ ਰਿਸ਼ਤੇ ਖਤਮ ਹੋ ਰਹੇ ਹੈ, ਉਸ ਚੀਜ਼ ਦਾ ਜ਼ਿਕਰ ਕੀਤਾ ਇਹਨਾਂ ਦੇ ਨਾਵਲ ਤਲਾਸ਼ ਕੋਈ ਸਦੀਵੀ ਦੇ ਵਿੱਚ। ਨੈਕਸਟ ਇਹਨਾਂ ਦਾ ਨਾਵਲ ਹੈ ਜੀ ਆਪਣੇ ਕੋਲ ਅਜਨਬੀ ਲੋਕ। ਨੈਕਸਟ ਆਪਣੇ ਕੋਲ ਇਹਨਾਂ ਦਾ ਨਾਵਲ ਤਨਹਾਈ ਦੇ ਪਲ। ਇਹ ਇਹਨਾਂ ਦੇ 10 ਨਾਵਲ ਹੈ, ਦੱਸੇ ਤੁਸੀਂ ਯਾਦ ਕਰਨੇ ਹੈਗੇ ਆ। ਠੀਕ ਹੈ ਜੀ। ਨੈਕਸਟ ਆਪਾਂ ਦੇਖਦੇ ਹਾਂ ਜੀ ਇਹਨਾਂ ਦੀ ਸਵੈ ਜੀਵਨੀ ਹੈ। ਇਹਨਾਂ ਦੀ ਸਵੈ ਜੀਵਨੀ ਹੈਗੀ ਆਪਣੇ ਕੋਲ ਆਈਨੇ ਦੇ ਰੂਬਰੂ। ਇਹ ਇਹਨਾਂ ਦੀ ਸਵੈ ਜੀਵਨੀ ਹੈ ਆਈਨੇ ਦੇ ਰੂਬਰੂ। ਨੈਕਸਟ ਇਹ ਤਾਂ ਇਹਨਾਂ ਦੀ ਸਵੈ ਜੀਵਨੀ ਹੈ, ਪਲੱਸ ਇੱਕ ਇਹਨਾਂ ਦੀ ਸਾਹਿਤਿਕ ਸਵੈ ਜੀਵਨੀ ਵੀ ਹੈਗੀ ਹੈ ਮੇਰਾ ਅਦਬ ਸਫ਼ਰ। ਸਾਹਿਤਿਕ ਸਵੈ ਜੀਵਨੀ ਇਹਦੀ ਕਿਹੜੀ ਹੈ? ਮੇਰਾ ਅਦਬ ਸਫ਼ਰ। ਠੀਕ ਹੈ ਜੀ, ਇਹ ਇਹਨਾਂ ਦੀ ਸਾਹਿਤਿਕ ਸਵੈ ਜੀਵਨੀ ਹੈ। ਵੈਸੇ ਸਵੈ ਜੀਵਨੀ ਆਈਨੇ ਦੇ ਰੂਬਰੂ ਹੈ 2002 ਦੇ ਵਿੱਚ ਆਉਂਦੀ ਹੈ, ਅਤੇ ਜਿਹੜਾ ਮੇਰਾ ਅਦਬ ਸਫ਼ਰ ਹੈ ਇਹ ਇਹਨਾਂ ਦੀ
ਹੈਗੀ ਹੈ ਜਿਹੜੀ ਸਾਹਿਤਿਕ ਸਵੈ ਜੀਵਨੀ ਹੈ, ਜਿਹਦੇ ਵਿੱਚ ਇਹਨਾਂ ਨੇ ਆਪਦੀ ਸਾਹਿਤਿਕ ਰਚਨਾ ਦੇ ਬਾਰੇ ਦੱਸਿਆ ਹੈਗਾ। ਨੈਕਸਟ ਹੈ ਜੀ, ਇਸ ਤੋਂ ਬਿਨਾਂ ਇਹਨਾਂ ਦੇ ਨਾਵਲਾਂ ਤੋਂ ਬਿਨਾਂ ਕਹਾਣੀ ਸੰਗ੍ਰਹਿ ਹੈ ਜਿਹੜੇ ਬਹੁਤ ਇੰਪੋਰਟੈਂਟ ਹੈ, 16 ਸ਼ਿੰਗਾਰ ਅਤੇ ਲੇਖਾ ਜੋਖਾ। ਇਹਨਾਂ ਦੋਨਾਂ ਦੇ ਤੁਸੀਂ ਨਾਮ ਯਾਦ ਰੱਖਣੇ ਹੈ। ਇੱਕ ਚੀਜ਼ ਹੋਰ ਹੈ ਇਹਦੇ ਨਾਲ ਰਿਲੇਟਡ ਇਹਨਾਂ ਦੀ ਰਚਨਾ ਦੇ ਬਾਰੇ, ਤਸਨੀਮ ਵੱਲੋਂ ਕਾਦਰਜ਼ਾਰ ਦੇ ਬਾਰੇ ਲਿਖੀ ਪੁਸਤਕ ਹੈ ਅੰਗਰੇਜ਼ੀ ਦੇ ਵਿੱਚ, ਉਹਨੂੰ ਵੀ ਭਾਰਤ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ ਹੈਗਾ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਤਸਨੀਮ ਵੱਲੋਂ ਕਿਹੜੇ ਆਪਣੇ ਕੋਲੇ ਜਿਹੜੇ ਕਵੀ ਹੈਗੇ ਆ ਉਹਨਾਂ ਬਾਰੇ ਲਿਖੀ ਕਿਤਾਬ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤੀ ਹੈ, ਅਤੇ ਇਹਨਾਂ ਦੀ ਕਾਦਰਯਾਰ ਦੇ ਬਾਰੇ ਲਿਖੀ ਹੋਈ ਪੁਸਤਕ ਹੈ ਅੰਗਰੇਜ਼ੀ ਦੇ ਵਿੱਚ, ਜਿਹੜੀ ਭਾਰਤ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤੀ ਹੈਗੀ ਹੈ। ਨੈਕਸਟ ਇੱਕ ਜਿਹੜੇ ਆਪਣੇ ਕੋਲੇ ਨਿਰੰਜਨ ਤਸਨੀਮ ਹੈ, ਇਹ ਨਾਵਲਕਾਰ ਤਾਂ ਹੈਗੀ ਹੈ, ਬਟ ਨਾਵਲ ਆਲੋਚਨਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਮਹੱਤਵ ਯੋਗਦਾਨ ਹੈ। ਨਾਵਲ ਆਲੋਚਨਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਕਾਰਜ ਕੀਤਾ ਹੈਗਾ, ਅਤੇ ਨਾਵਲ ਆਲੋਚਨਾ ਦੇ ਨਾਲ ਸੰਬੰਧਿਤ ਇਹਨਾਂ ਨੇ 4 ਪੁਸਤਕਾਂ ਲਿਖੀਆਂ, ਚਾਰੇ ਦੀਆਂ ਚਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਹਨਾਂ ਦੇ ਪ੍ਰਕਾਸ਼ਨ ਸਾਲ ਅਤੇ ਇਹਨਾਂ ਦੇ ਨਾਮ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ। ਅਤੇ ਇਹਨਾਂ ਦੀਆਂ ਆਲੋਚਨਾ ਸੰਬੰਧੀ ਪੁਸਤਕਾਂ ਕਿਹੜੀਆਂ? ਪਹਿਲੀ ਹੈਗੀ ਆਪਣੇ ਕੋਲੇ ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ 1973 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਸੈਕਿੰਡ ਆਪਣੇ ਕੋਲ ਇਹਨਾਂ ਦੀ ਬੁੱਕ ਹੈਗੀ ਹੈ ਜੀ ਪੰਜਾਬੀ ਨਾਵਲ ਦਾ ਮਹਾਂਦਰਾ 1900 ਆਪਣੇ ਕੋਲ 79 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਤੀਸਰਾ ਆਪਣੇ ਕੋਲ ਇਹਨਾਂ ਦੀ ਪੁਸਤਕ ਆਉਂਦੀ ਹੈ ਜੀ ਮੇਰੀ ਨਾਵਲ ਨਿਗਾਰੀ, ਇਹ 1985 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਅਤੇ ਚੌਥੀ ਪੁਸਤਕ ਹੈ ਆਪਣੇ ਕੋਲ ਇਹਨਾਂ ਦੀ ਨਾਵਲ ਕਲਾ ਅਤੇ ਮੇਰਾ ਅਨੁਭਵ 1996 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਯਾਦ ਰੱਖਣਾ ਹੈ ਕਿ ਨਿਰੰਜਨ ਤਸਨੀਮ ਆਪਣੇ ਕੋਲ ਨਾਵਲਕਾਰ ਹੋਣ ਦੇ ਨਾਲ ਨਾਲ ਨਾਵਲ ਆਲੋਚਨਾ ਦਾ ਕੰਮ ਵੀ ਇਹਨਾਂ ਨੇ ਕੀਤਾ ਹੈ, ਅਤੇ ਇਹ ਚਾਰੇ ਪੁਸਤਕਾਂ ਇਹਨਾਂ ਦੀਆਂ ਨਾਵਲ ਆਲੋਚਨਾ ਦੀਆਂ ਹੈਗੀਆਂ। ਚਾਰਾਂ ਦੇ ਨਾਮ ਅਤੇ ਚਾਰਾਂ ਦੇ ਸੰਪਾਦਨ ਸਾਲ ਤੁਸੀਂ ਯਾਦ ਕਰਨੇ ਹੈ। ਨੈਕਸਟ ਜੇ ਆਪਾਂ ਇਹਨਾਂ ਦੇ ਦੇਖਦੇ ਹਾਂ ਜਿਹੜੇ ਇਹਨਾਂ ਨੂੰ ਪੁਰਸਕਾਰ ਮਿਲੇ ਨੇ ਸਾਹਿਤ ਦੇ ਖੇਤਰ ਦੇ ਵਿੱਚ, ਨਾਵਲ ਦੇ ਖੇਤਰ ਦੇ ਵਿੱਚ ਇੰਨਾ ਮਹਾਨ ਕਾਰਜ ਇਹਨਾਂ ਨੇ ਕੀਤਾ ਹੈ, ਅਤੇ ਇਹਨਾਂ ਨੂੰ ਜਿਹੜੇ ਪੁਰਸਕਾਰ ਆ ਉਹ ਵੀ ਪੱਕਾ ਮਿਲੇ ਹੀ ਹੋਣਗੇ। ਤਾਂ ਸ਼ੁਰੂ ਕਰਦੇ ਹਾਂ ਜੀ। ਇਹਨਾਂ ਦਾ ਪਹਿਲਾ ਪੁਰਸਕਾਰ ਆਪਣੇ ਕੋਲ 1999 ਦੇ ਵਿੱਚ ਆਉਂਦਾ ਹੈ ਗਵਾਚੇ ਅਰਥ। ਇਸ ਨਾਵਲ 'ਤੇ ਇਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੋਇਆ। 2015 ਦੇ ਵਿੱਚ ਇਹਨਾਂ ਨੂੰ ਭਾਰਤੀ ਸਾਹਿਤ ਰਤਨ ਸਨਮਾਨ ਮਿਲਿਆ ਹੈਗਾ। 1993 ਦੇ ਵਿੱਚ ਇਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਵੱਲੋਂ ਧਾਲੀਵਾਲ ਪੁਰਸਕਾਰ ਮਿਲਿਆ। 1994 ਦੇ ਵਿੱਚ ਇਹਨਾਂ ਨੂੰ ਸਾਹਿਤ ਸੰਸਥਾਨ ਲੁਧਿਆਣਾ ਦੇ ਵੱਲੋਂ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਮਿਲਿਆ ਹੈਗਾ। 1995 ਦੇ ਵਿੱਚ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਿਆ ਹੈਗਾ। ਨੈਕਸਟ ਇਹਨਾਂ ਨੂੰ 1996 ਦੇ ਵਿੱਚ ਇੰਡੀਅਨ ਇੰਟਰਨੈਸ਼ਨਲ ਫਰੈਂਡਸ਼ਿਪ ਸੁਸਾਇਟੀ ਨਵੀਂ ਦਿੱਲੀ ਦੇ ਵੱਲੋਂ ਭਾਰਤ ਗੌਰਵ ਪੁਰਸਕਾਰ ਮਿਲਿਆ। 2003 ਦੇ ਵਿੱਚ ਇਹਨਾਂ ਨੂੰ ਹਸਰਤ ਯਾਦਗਾਰੀ ਪੁਰਸਕਾਰ ਮਿਲਿਆ। ਇਹ ਹੈਗੇ ਜੀ ਇਹਨਾਂ ਦੀ ਪੁਰਸਕਾਰ, ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ, ਇਹਨਾਂ ਦੇ ਸਾਲ ਵੀ ਤੁਸੀਂ ਯਾਦ ਕਰਨੇ ਹੈ। ਜਿਹੜਾ ਇਹਨਾਂ ਦਾ ਗਵਾਚੇ ਅਰਥ ਪੁਸਤਕ ਅਤੇ ਨਾਵਲ 'ਤੇ ਇਹਨਾਂ ਨੂੰ ਜਿਹੜਾ ਸਨਮਾਨ ਮਿਲਿਆ, ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ, ਇਹ ਬਹੁਤ ਇੰਪੋਰਟੈਂਟ ਹੈ। ਭਾਰਤੀ ਸਾਹਿਤ ਜਿਹੜਾ ਰਤਨ ਹੈ ਇਹ ਬਹੁਤ ਇੰਪੋਰਟੈਂਟ ਹੈ, ਅਤੇ ਸ਼੍ਰੋਮਣੀ ਜਿਹੜਾ ਆਪਣੇ ਕੋਲ ਸਾਹਿਤਕਾਰ ਪੁਰਸਕਾਰ ਮਿਲਿਆ ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਨਾਂ ਨੂੰ ਵੀ ਤੁਸੀਂ ਯਾਦ ਕਰਨਾ ਹੈਗਾ। ਇਹ ਸੀਗੇ ਜੀ ਆਪਣੇ ਕੋਲ ਇਹਨਾਂ ਨਾਲ ਰਿਲੇਟਡ ਜਿਹੜੇ ਹੈਗੇ ਇਹਨਾਂ ਦੇ ਪੁਰਸਕਾਰ। ਠੀਕ ਹੈ ਜੀ, ਤਾਂ ਇੱਕ ਵਾਰੀ ਆਪਾਂ ਫੇਰ ਤੋਂ ਇਹਨਾਂ ਨੂੰ ਦੇਖ ਲੈਂਦੇ ਹਾਂ। ਆਪਣੇ ਕੋਲ ਜਿਹੜੇ ਨਿਰੰਜਨ ਤਸਨੀਮ ਜੀ ਇਹਨਾਂ ਦੇ ਵਿੱਚੋਂ ਇੰਪੋਰਟੈਂਟ ਫੈਕਟਸ ਕਿਹੜੇ ਹੈਗੇ ਆ। ਠੀਕ ਹੈ ਜੀ, ਤਾਂ ਇਹ ਸੀਗੀ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ, ਬੇਸਿਕ ਜੀਵਨ ਇਹਨਾਂ ਦਾ, ਜੀਵਨ ਕਾਲ ਕੀ ਹੈ, ਜਨਮ ਸਥਾਨ, ਪਿਤਾ ਅਤੇ ਮਾਤਾ ਦਾ ਨਾਮ। ਨੈਕਸਟ ਆਪਾਂ ਕੀਤਾ ਜੀ ਦੌਰ ਅਤੇ ਪ੍ਰਵਿਰਤੀ। ਇਹ ਤਾਂ ਹਰੇਕ ਨਾਵਲਕਾਰ ਦੀ ਇੰਪੋਰਟੈਂਟ ਹੈਗੀ ਇਹਨਾਂ ਨੂੰ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਯਾਦ ਕਰਨਾ ਹੀ ਕਰਨਾ ਹੈਗਾ। ਠੀਕ ਹੈ ਜੀ, ਫਿਰ ਇਹਨਾਂ ਦੀ ਪੜ੍ਹਾਈ, ਕਿੱਤਾ, ਇਹਨਾਂ ਨੂੰ ਤੁਸੀਂ ਤੁਹਾਡੀ ਨੌਲੇਜ ਦੇ ਲਈ ਯਾਦ ਕਰ ਸਕਦੇ ਹੋ। ਬਹੁਤ ਘੱਟ ਚਾਂਸ ਹੁੰਦੇ ਆ ਵੀ ਕਿਸੇ ਰਾਈਟਰ ਦਾ ਤੁਹਾਨੂੰ ਇਹ ਪੁੱਛਿਆ ਜਾਵੇ ਵੀ ਉਹ ਪੜ੍ਹਿਆ ਕਿੱਥੋਂ ਹੈ। ਜੇ ਕੋਈ ਬਹੁਤ ਜ਼ਿਆਦਾ ਫੇਮਸ ਹੈ ਤਾਂ ਗੱਲ ਵੱਖਰੀ ਹੈ, ਅਦਰਵਾਈਜ਼ ਇੰਨਾ ਇੰਪੋਰਟੈਂਟ ਹੀ ਨਹੀਂ ਹੁੰਦਾ ਹੈਗਾ। ਪ੍ਰਭਾਵ ਅਤੇ ਪ੍ਰੇਰਨਾ ਇਹ ਬਹੁਤ ਇੰਪੋਰਟੈਂਟ ਹੁੰਦਾ। ਇਹ ਕਿਸੇ ਵੀ ਤੁਹਾਨੂੰ ਨਾਵਲਕਾਰ ਦਾ, ਕਿਸੇ ਵੀ ਲੇਖਕ ਦਾ, ਕਿਸੇ ਵੀ ਕਵੀ ਦਾ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿੰਨਾ ਦਾ ਪ੍ਰਭਾਵ ਇਹਨਾਂ ਨੇ ਕਬੂਲਿਆ ਅਤੇ ਕਿੰਨਾ ਦੀ ਪ੍ਰੇਰਨਾ ਸਦਕਾ ਇਹਨਾਂ ਨੇ ਰਚਨਾ ਕੀਤੀ ਹੈ। ਸਾਹਿਤ ਰਚਨਾ ਦੀ ਸ਼ੁਰੂਆਤ ਕਿੱਥੋਂ ਕੀਤੀ ਹੈ? ਉਰਦੂ ਤੋਂ, ਇਹ ਤੁਹਾਨੂੰ ਪਤਾ ਹੀ ਹੈ। ਸਤਿਕਾਰ ਵਜੋਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਮੋਸਟ ਇੰਪੋਰਟੈਂਟ, ਇਹਨੂੰ ਤੁਸੀਂ ਪੱਕਾ ਯਾਦ ਕਰਨਾ ਹੀ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ। ਨੈਕਸਟ ਆਪਣੇ ਕੋਲ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਰਚਨਾ ਕੀਤੀ ਹੈ? ਤਾਂ 4 ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਰਚਨਾ ਕੀਤੀ ਹੈ। ਇਹ ਵੀ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ। ਉਰਦੂ ਦੇ ਨਾਵਲ ਇਹਨਾਂ ਦੇ ਦੋਨੋਂ ਤੁਸੀਂ ਯਾਦ ਰੱਖਣੇ ਆ। ਪੰਜਾਬੀ ਦੇ ਨਾਵਲ ਇਹ ਤਾਂ ਤੁਸੀਂ ਯਾਦ ਕਰਨੇ ਹੀ ਕਰਨੇ ਆ। ਸਾਰਿਆਂ ਦੇ ਨਾਂ, ਸੰਪਾਦਨ ਅਤੇ ਉਹਨਾਂ ਦੇ ਅਗਲੇ ਜਿਹੜੇ ਪਾਤਰ ਹੈਗੇ ਆ, ਅਤੇ ਥੋੜ੍ਹੀ ਡਿਟੇਲ ਅਤੇ ਕਿਹੜੀ ਵਿਧੀ ਇਹਨਾਂ ਨੇ ਵਰਤੀ ਹੈ ਤੁਸੀਂ ਯਾਦ ਕਰਨੀ ਹੈ। ਪਰ ਜਿਵੇਂ ਕਿ ਪਰਛਾਵੇਂ ਨਾਵਲ ਦੇ ਵਿੱਚ ਇਹਨਾਂ ਨੇ ਫੋਟੈਂਸੀ ਵਿਧੀ ਵਰਤੀ ਹੈਗੀ ਹੈ ਨਾ, ਇਹਨੂੰ ਤੁਸੀਂ ਯਾਦ ਰੱਖਣਾ ਹੈ। ਤਰੇੜਾਂ ਦੇ ਰੂਪ ਦੇ ਵਿੱਚ ਚੇਤਨਾ ਪ੍ਰਵਾਹ ਵਿਧੀ ਵਰਤੀ ਹੈਗੀ ਹੈ।
ਨੈਕਸਟ ਆਪਣੇ ਕੋਲੇ ਜਿਵੇਂ ਰੇਤਸ਼ਾਲ ਨਾਵਲ ਇਹਨਾਂ ਦਾ ਸੀਗਾ, ਇਹਦੇ ਵਿੱਚ ਟਾਈਮ ਮੋਨੋਤਾਜ਼ ਅਤੇ ਸਪੇਸ ਮੋਨੋਤਾਜ਼ ਵਿਧੀ ਆਪਣੇ ਕੋਲ ਇਹਨਾਂ ਨੇ ਵਰਤੀ ਹੈਗੀ ਹੈ। ਇਸ ਤੋਂ ਨੈਕਸਟ ਆਪਣੇ ਕੋਲੇ ਹਨੇਰਾ ਹੋਣ ਤੱਕ ਦੇ ਵਿੱਚ ਇੰਡੀਪਸ ਕੰਪਲੈਕਸ ਅਤੇ ਇਲੈਕਟਰਾ ਕੰਪਲੈਕਸ ਵਿਧੀ ਵਰਤੀ ਹੈ ਨਾ। ਇੱਕ ਹੋਰ ਨਵਾਂ ਸਾਲ ਦੇ ਵਿੱਚ ਸਮਾਜਿਕ ਨਾਵਲ ਹੈ ਇਹਨਾਂ ਦਾ। ਜਦੋਂ ਸਵੇਰ ਹੋਈ ਇਹਨਾਂ ਦਾ ਹਿੰਦੁਸਤਾਨ ਪਾਕਿਸਤਾਨ ਵਿਭਾਜਨ ਨਾਲ ਸੰਬੰਧਿਤ ਨਾਵਲ ਹੈ। ਜੁੱਗਾਂ ਤੋਂ ਪਾਰ ਇਹਨਾਂ ਦਾ ਈਸ਼ਵਰ ਚਿੱਤਰਕਾਰ ਦੇ ਨਾਲ ਸੰਬੰਧਿਤ ਨਾਵਲ ਹੈ। ਇੰਨੀ ਡਿਟੇਲ ਤੁਸੀਂ ਇਹਨਾਂ ਦੀ ਯਾਦ ਰੱਖਣੀ ਹੈ। ਗੁਆਚੇ ਅਰਥ ਇਹਨਾਂ ਦਾ ਬਹੁਤ ਇੰਪੋਰਟੈਂਟ ਅਤੇ ਫੇਮਸ ਨਾਵਲ ਹੋਇਆ, ਇਹ 1984 ਦੇ ਦੁਖਾਂਤ ਨਾਲ ਸੰਬੰਧਿਤ ਹੈ। ਅਤੇ ਇਹਨਾਂ ਦੇ ਅੱਗੇ ਤੁਸੀਂ ਨਾਮ ਯਾਦ ਰੱਖਣੇ ਆ, ਤਲਾਸ਼ ਕੋਈ ਸਦੀਵੀ, ਅਜਨਬੀ ਲੋਕ, ਤਨਹਾਈ ਦੇ ਪਲ, ਇਹ ਵੀ ਇਹਨਾਂ ਦੇ ਨਾਵਲ ਹੈਗੇ ਆ। ਆਇਨੇ ਦੇ ਰੂਬਰੂ ਇਹਨਾਂ ਦੀ ਸਵੈ ਜੀਵਨੀ ਹੈ, ਅਤੇ ਮੇਰਾ ਅਦਬ ਸਫ਼ਰ ਇਹਨਾਂ ਦੀ ਸਾਹਿਤਕ ਸਵੈ ਜੀਵਨੀ ਹੈ, ਇਹ ਤੁਸੀਂ ਯਾਦ ਰੱਖਣੀ ਹੈ। ਕਹਾਣੀ ਸੰਗ੍ਰਹਿ ਯਾਦ ਰੱਖਣੇ ਹੈ। ਆਲੋਚਨਾ ਪੁਸਤਕਾਂ, ਆਲੋਚਨਾ ਦੇ ਖੇਤਰ ਦੇ ਵਿੱਚ ਇਹਨਾਂ ਦਾ ਮਹਾਨ ਕਾਰਜ ਹੈ, ਇਹਨਾਂ ਨੂੰ ਵੀ ਤੁਸੀਂ ਯਾਦ ਰੱਖਣਾ ਹੈਗਾ। ਨੈਕਸਟ ਆਪਣੇ ਕੋਲ ਇਹਨਾਂ ਦੇ ਪੁਰਸਕਾਰ, ਇਹ ਤਾਂ ਹਰੇਕ ਰਾਈਟਰ ਦੇ, ਹਰੇਕ ਲੇਖਕ ਦੇ ਇੰਪੋਰਟੈਂਟ ਹੁੰਦੇ ਹੀ ਹੈ, ਇਹ ਸਾਰੇ ਦੇ ਸਾਰੇ ਤੁਸੀਂ ਯਾਦ ਕਰਨੇ ਹੈਗੇ ਆ। ਤਾਂ ਇੱਥੇ ਹੀ ਆਪਾਂ ਜਿਹੜਾ ਆਪਣਾ ਅੱਜ ਦਾ ਲੈਕਚਰ ਇਹਨੂੰ ਖ਼ਤਮ ਕਰਦੇ ਹਾਂ। ਠੀਕ ਹੈ ਜੀ, ਇੰਨੇ ਸੀਗੇ ਆਪਣੇ ਕੋਲ ਜਿਹੜੇ ਹੈਗੇ ਆ ਨਰਿੰਜਨ ਤਸਨੀਮ ਜੀ। ਅਗਰ ਤੁਹਾਨੂੰ ਸਾਡਾ ਲੈਕਚਰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਆਪਦੇ ਫਰੈਂਡਸ ਦੇ ਨਾਲ, ਅਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਨੈਕਸਟ ਲੈਕਚਰ ਹੈ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਮਿਲ ਸਕੇ। ਇੱਕ ਚੀਜ਼ ਹੋਰ ਇੱਥੇ ਇੰਪੋਰਟੈਂਟ ਹੈਗੀ ਹੈ, ਇਸ ਮਤਲਬ ਟੌਪਿਕ ਦੇ ਨਾਲ ਰਿਲੇਟਡ ਤੁਹਾਨੂੰ ਕੋਈ ਵੀ ਤੁਹਾਡੀ ਕੁਐਰੀ ਹੋਵੇ ਤਾਂ ਤੁਸੀਂ ਮੇਰਾ WhatsApp ਨੰਬਰ ਹੈਗਾ ਜਿਹੜਾ ਕਿ ਇਸ ਮਤਲਬ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਊਗਾ, ਤਾਂ ਉਸ ਨੰਬਰ 'ਤੇ ਤੁਸੀਂ WhatsApp ਸਾਨੂੰ ਕਰ ਸਕਦੇ ਹੋ। ਕਾਲ ਸਾਰੇ ਲੋਕਾਂ ਦੀ ਅਟੈਂਡ ਕਰਨੀ, ਸਾਰੇ ਸਟੂਡੈਂਟਸ ਦੀ ਅਟੈਂਡ ਕਰਨੀ ਔਖੀ ਹੈ ਥੋੜ੍ਹੀ, ਬਟ ਤੁਸੀਂ ਸਾਨੂੰ ਜਿਹੜਾ WhatsApp ਉਹ ਕਰ ਸਕਦੇ ਹੋ, ਅਤੇ WhatsApp 'ਤੇ ਤੁਸੀਂ ਕੋਈ ਵੀ ਕੁਐਰੀ ਜਿਹੜੀ ਇਸ ਨਾਲ ਰਿਲੇਟਡ ਹੈਗੀ ਹੈ ਉਹ ਪੁੱਛ ਸਕਦੇ ਹੋ। ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ।